ਨੈਕਸਟ ਟੋਪਿਕ ਹੈ ਜੀ ਆਪਣਾ ਐਕਸਪਰਟ ਸਿਸਟਮ ਦੇ ਵਿੱਚ ਹੀ ਆਪਣਾ ਲਾਸਟ ਟੋਪਿਕ ਹੈਗਾ ES ਸ਼ੈਲਜ਼। ES ਸ਼ੈਲਜ਼ ਫੁੱਲ ਫਾਰਮ ਐਕਸਪਰਟ ਸਿਸਟਮ ਸ਼ੈਲਜ਼। ਹੁਣ ਦੇਖੋ ਸਭ ਤੋਂ ਪਹਿਲਾਂ ਸਮਝੋ ਕਿ ਸ਼ੈਲ ਕੀ ਚੀਜ਼ ਹੈ। ਜਦੋਂ ਆਪਾਂ PHP ਦੇ ਵਿੱਚ ਕੋਈ ਪ੍ਰੋਜੈਕਟ ਤਿਆਰ ਕਰਦੇ ਹਾਂ, ਠੀਕ ਹੈ, ਤਾਂ ਕੀ ਆਪਾਂ ਨੂੰ ਹਰ ਇੱਕ ਜਿਹੜਾ ਆਪਣਾ ਫਰੰਟ ਐਂਡ ਪੇਜ ਹੁੰਦਾ ਉਹ ਆਪਾਂ ਨੂੰ ਕੀ ਹੈ ਕ੍ਰੀਏਟ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਆਪਾਂ ਉਹਦੀ ਜਗ੍ਹਾ ਕੀ ਹੈ ਟੈਂਪਲੇਟ ਆਪਾਂ ਨੂੰ ਔਨਲਾਈਨ ਮਿਲ ਜਾਂਦੇ ਆ। ਟੈਂਪਲੇਟ ਕੀ ਹੁੰਦਾ ਕਿ ਜਿਹੜੇ ਫਰੰਟ ਐਂਡ ਹੁੰਦਾ ਆਪਣਾ ਉਸੇ ਤਰੀਕੇ ਦੇ ਕੁਛ ਕੁ ਪੇਜ ਬਣਾਏ ਹੁੰਦੇ, ਉਸੇ ਤਰੀਕੇ ਦੇ ਜਿਵੇਂ ਫੋਰਮ ਬਣਾਏ ਹੁੰਦੇ ਆ ਕਿ ਜਿਵੇਂ ਪਹਿਲਾਂ ਤੁਸੀਂ ਕਿੱਥੇ ਤੁਸੀਂ ਲੇਬਲ ਲਗਾਉਣਾ, ਕਿੱਥੇ ਟੈਕਸਟ ਬਾਕਸ ਲਗਾਉਣਾ, ਉਸ ਤਰੀਕੇ ਫੋਰਮ ਬਣੇ ਬਣਾਏ ਆਪਾਂ ਨੂੰ ਮਿਲ ਜਾਂਦੇ ਆ। ਆਪਾਂ ਉਹਦੇ ਵਿੱਚ ਕੀ ਚੇਂਜਸ ਕਰ ਸਕਦੇ ਹੁੰਦੇ ਹਾਂ। ਟੈਂਪਲੇਟ ਆਪਾਂ ਨੂੰ ਬਣੇ ਬਣਾਏ ਮਿਲ ਜਾਂਦੇ ਆ। ਇਸੇ ਤਰੀਕੇ ਸ਼ੈਲਜ਼ ਹੈ। ਸ਼ੈਲਜ਼ ਕੀ ਇੱਕ ਟੈਂਪਲੇਟ ਐਕਸਪਰਟ ਸਿਸਟਮ ਦੇ ਟੈਂਪਲੇਟ ਦੀ ਤਰ੍ਹਾਂ ਹੁੰਦੇ ਆ ਕਿ ਆਪਾਂ ਨੂੰ ਐਕਸਪਰਟ ਸਿਸਟਮ ਪੂਰਾ ਦਾ ਪੂਰਾ ਆਪ ਕ੍ਰੀਏਟ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਆਪਾਂ ਨੂੰ ਕੀ ਹੈ ਔਨਲਾਈਨ ਆਰਟੀਫਿਸ਼ੀਅਲ ਐਕਸਪਰਟ ਸਿਸਟਮ ਮਿਲ ਜਾਂਦੇ ਆ, ਆਪਾਂ ਉਹਨਾਂ ਨੂੰ ਯੂਜ਼ ਕਰ ਸਕਦੇ ਹਾਂ। ਬਟ ਉਹਨਾਂ ਵਿੱਚ ਕੀ ਹੈ ਨੌਲੇਜ ਡੋਮੇਨ ਹੈ ਜਿਹੜਾ ਆਪਾਂ ਨੂੰ ਆਪਦਾ ਇਨਸਰਟ ਕਰਨਾ ਪਊ। ਨੌਲੇਜ ਹੈ ਜਿਹੜੀ ਆਪਾਂ ਨੂੰ ਆਪਦੇ ਜਿਹੜੇ ਸਿਸਟਮ ਦੀ ਆ ਉਹ ਇਨਸਰਟ ਕਰਨੀ ਪਊਗੀ। ਇੱਕ ਮੰਨ ਲਓ ਤੁਸੀਂ ਐਗਜ਼ਾਮਪਲ ਲਗਾਓ ਕਿ ਆਪਾਂ ਕਿਸੇ ਕੰਪਨੀ ਦੇ ਵਿੱਚ ਨਾ ਕੰਮ ਕਰ ਰਹੇ ਹਾਂ, ਤਾਂ ਕੰਪਨੀ ਨੇ ਆਪਾਂ ਨੂੰ ਕਹਿ ਤਾ ਕਿ ਤੁਸੀਂ 24 ਘੰਟੇ ਦੇ ਵਿੱਚ ਇੱਕ ਵੈੱਬਸਾਈਟ ਤਿਆਰ ਕਰਕੇ ਦੇਣੀ ਹੈ ਕਿਸੇ ਵੀ ਲੈਂਗੁਏਜ ਦੇ ਵਿੱਚ, ਠੀਕ ਹੈ। ਤਾਂ ਦੇਖੋ 24 ਘੰਟਿਆਂ ਦੇ ਵਿੱਚ ਫਰੰਟ ਐਂਡ ਅਤੇ ਬੈਕ ਐਂਡ। ਫਰੰਟ ਐਂਡ ਮਤਲਬ ਜਿਹੜੇ ਤੁਹਾਨੂੰ ਡਿਜ਼ਾਇਨਿੰਗ ਦਿਖਦੀ ਹੈ, ਬੈਕ ਐਂਡ ਜਿਹੜੀ ਉਹਦੀ ਪ੍ਰੋਸੈਸਿੰਗ ਦੀ ਕੋਡਿੰਗ ਹੋਊ, ਦੋਨੋਂ ਚੀਜ਼ਾਂ ਕਰਨੀਆਂ 24 ਘੰਟੇ ਦੇ ਵਿੱਚ ਬਹੁਤ ਡਿਫੀਕਲਟ ਟਾਸਕ ਹੈ। ਤਾਂ ਉੱਥੇ ਕੀ ਹੈ ਜਿਹੜੇ ਵੈੱਬਸਾਈਟ ਕ੍ਰੀਏਟਰ ਹੁੰਦੇ ਆ, ਪ੍ਰੋਗਰਾਮਰ ਜਾਂ ਫਿਰ ਆਪਾਂ ਕਹਿ ਦਈਏ ਹੁੰਦੇ ਆ ਟੀਮ ਵਰਕ, ਉਹ ਕੀ ਕਰਦੇ ਆ ਔਨਲਾਈਨ ਜਿਹੜੇ ਟੈਂਪਲੇਟ ਬਣੇ ਹੁੰਦੇ ਆ ਉਹਨਾਂ ਨੂੰ ਯੂਜ਼ ਕਰਦੇ ਆ। ਉਹਦੇ ਨਾਲ ਕੀ ਹੈ ਜਿਹੜਾ ਫਰੰਟ ਐਂਡ ਹੈ ਡਿਜ਼ਾਇਨਿੰਗ ਸਾਰੀ ਆਪਾਂ ਨੂੰ ਟੈਂਪਲੇਟ ਤੋਂ ਹੀ ਮਿਲ ਜਾਂਦੀ ਹੈ। ਆਪਾਂ ਸਿਰਫ ਅਤੇ ਸਿਰਫ ਕੀ ਉਹਦੀ ਪ੍ਰੋਗਰਾਮਿੰਗ ਦੀ ਕੋਡਿੰਗ ਕਰਨੀ ਹੁੰਦੀ ਹੈ, ਠੀਕ ਹੈ। ਪ੍ਰੋਗਰਾਮ ਦੀ ਬੈਕ ਐਂਡ ਕੋਡਿੰਗ ਆਪਾਂ ਕਰਕੇ ਆਪਦਾ ਕੰਮ ਹੈ ਜਿਹੜਾ ਯੂਜ਼ ਕਰ ਸਕਦੇ ਹਾਂ। ਇਵੇਂ ਐਕਸਪਰਟ ਸਿਸਟਮ ਸ਼ੈਲਜ਼ ਨੂੰ ਆਪਾਂ ਕਹਿ ਦਾਂਗੇ ਕਿ ਆਪਾਂ ਨੂੰ ਬਣਿਆ ਬਣਾਇਆ ਐਕਸਪਰਟ ਸਿਸਟਮ ਦੀ ਇੱਕ ਟੈਂਪਲੇਟ ਮਿਲ ਜਾਂਦਾ ਜਿਹਦੇ ਵਿੱਚ ਆਪਾਂ ਚੇਂਜਿਸ ਕਰਕੇ ਆਪਦੇ ਐਕਸਪਰਟ ਸਿਸਟਮ ਦੇ ਅਕੋਰਡਿੰਗ ਜਿਹੜਾ ਯੂਜ਼ ਕਰ ਸਕਦੇ ਹਾਂ। ਐਕਸਪਰਟ ਸਿਸਟਮ ਨੂੰ ਬਣਾਉਣ ਦੇ 3 ਤਰੀਕੇ ਦਿੱਤੇ ਇਹਨਾਂ ਨੇ। ਜਾਂ ਤਾਂ ਕਨਵੀਨੀਅੰਟ ਪ੍ਰੋਗਰਾਮਿੰਗ ਲੈਂਗੁਏਜ ਜਿਵੇਂ ਪਾਸਕਲ, C++, ਜਾਵਾ, ਠੀਕ ਹੈ। ਦੂਸਰਾ ਆਰਟੀਫਿਸ਼ੀਅਲ ਇੰਟੈਲੀਜੈਂਸ ਲੈਂਗੁਏਜ ਜਿਵੇਂ ਲਿਸਪ ਐਂਡ ਪ੍ਰੋਲੋਗ। ਥਰਡ ਹੈ ਐਕਸਪਰਟ ਸਿਸਟਮ ਸ਼ੈਲਜ਼। ਫਸਟ ਦੇ ਵਿੱਚ ਦੇਖੋ ਕੀ ਹੈ ਕਹਿੰਦੇ ਸਭ ਤੋਂ ਬੈਡ ਆਈਡੀਆ ਇਹ, ਕਿਉਂਕਿ ਪ੍ਰੋਗਰਾਮਿੰਗ ਲੈਂਗੁਏਜ ਦੇ ਨਾਲ ਆਪਾਂ ਐਕਸਪਰਟ ਸਿਸਟਮ ਬਣਾ ਹੀ ਨਹੀਂ ਸਕਦੇ। ਬਹੁਤ ਐਕਸਪਰਟ ਸਿਸਟਮ ਜਿਹੜਾ ਹੈਗਾ ਇੱਕ ਬਹੁਤ ਵੱਡਾ ਵਰਕ ਹੈ, ਬਹੁਤ ਵੱਡਾ ਟਾਸਕ ਹੈ, ਜਿਹਨੂੰ ਆਪਾਂ ਕਨਵੀਨੀਅੰਟ ਲੈਂਗੁਏਜ ਹੈ ਜਿਹੜੀਆਂ C++, ਪਾਸਕਲ, ਜਾਵਾ ਇਹ ਯੂਜ਼ ਕਰਕੇ ਕਦੇ ਵੀ ਆਪਾਂ ਐਕਸਪਰਟ ਸਿਸਟਮ ਇੱਕ ਪ੍ਰੋਪਰ ਤਰੀਕੇ ਨਾਲ ਨਹੀਂ ਕ੍ਰੀਏਟ ਕਰ ਸਕਦੇ। ਸੈਕਿੰਡ ਜਿਹੜਾ ਆਪਾਂ ਕਹਿ ਰਹੇ ਹਾਂ ਪ੍ਰੋਲੋਗ ਲੈਂਗੁਏਜ ਜਾਂ LISP ਲਿਸਪ ਲੈਂਗੁਏਜ, ਠੀਕ ਹੈ, ਆਰਟੀਫਿਸ਼ੀਅਲ ਲੈਂਗੁਏਜ। ਇਹਦੀ ਕੀ ਹੈ ਦੇਖੋ ਐਡਵਾਂਟੇਜ ਹੈਗੀ ਹੈ ਕਿ ਇਹਦੇ ਨਾਲ ਸਿਸਟਮ ਫਲੈਕਸੀਬਲ ਬਣ ਜਾਂਦਾ, ਵਧੀਆ ਸਿਸਟਮ ਤਿਆਰ ਹੋ ਸਕਦਾ, ਫਲੈਕਸੀਬਲ ਸਿਸਟਮ ਹੋ ਸਕਦਾ ਤਿਆਰ, ਜਿਹਦੇ ਵਿੱਚ ਆਪਾਂ ਜਦੋਂ ਵੀ ਚੇਂਜਸ ਕਰਨੇ ਚਾਹੀਏ ਤਾਂ ਆਪਾਂ ਕਰ ਸਕਦੇ ਹਾਂ ਚੇਂਜਸ। ਬਟ ਨਾਲ ਦੀ ਨਾਲ ਇਹਦੀ ਡਿਸਐਡਵਾਂਟੇਜ ਕੀ ਹੈ ਕਿ ਜਿਹੜੀਆਂ ਇਹ ਲੈਂਗੁਏਜ ਹੈਗੀਆਂ ਪ੍ਰੋਲੋਗ ਲੈਂਗੁਏਜ ਦਾ ਕੋਈ ਕਾਮਨ ਲੈਂਗੁਏਜ ਨਹੀਂ। ਹਰ ਇੱਕ ਇਨਸਾਨ ਨੂੰ ਇਹ ਲੈਂਗੁਏਜ ਜਾਂ ਆਪਾਂ ਕਹਿ ਦਈਏ ਹਰ ਇੱਕ ਪ੍ਰੋਗਰਾਮਰ ਹੈ ਜਿਹੜਾ ਪ੍ਰੋਲੋਗ ਲੈਂਗੁਏਜ ਦੇ ਵਿੱਚ ਐਕਸਪਰਟ ਨਹੀਂ ਹੁੰਦਾ। ਇਹਦੇ ਲਈ ਕੀ ਆਪਾਂ ਨੂੰ ਇੱਕ ਸਪੈਸ਼ਲ ਪ੍ਰੋਗਰਾਮਰ ਜਿਹੜੇ ਹੈਗੇ ਉਹ ਹਾਇਰ ਕਰਨੇ ਪੈਣਗੇ। ਤਾਂ ਦੇਖੋ ਜਦੋਂ ਆਪਾਂ ਕੋਈ ਸਪੈਸ਼ਲਿਸਟ ਹਾਇਰ ਕਰਾਂਗੇ ਆਪਣੇ ਸਿਸਟਮ ਦੇ ਲਈ ਤਾਂ ਉਹਦੀ ਕੀ ਹੈ ਜਿਹੜੀ ਆਪਾਂ ਕਹਿ ਦਿਓ ਵੀ ਪੇ ਵੀ ਜ਼ਿਆਦਾ ਆਪਾਂ ਨੂੰ ਦੇਣੀ ਪਊਗੀ। ਤਾਂ ਇਹਦੇ ਇਹ ਮੇਨ ਆਪਾਂ ਨੂੰ ਡਿਸਐਡਵਾਂਟੇਜ ਆ ਜਾਂਦੀ ਹੈ ਕਿ ਇਹ ਲੈਂਗੁਏਜ ਹੈ ਜਿਹੜੀਆਂ ਕਾਮਨ ਨਹੀਂ ਹੈਗੀਆਂ। ਤਾਂ ਸਭ ਤੋਂ ਥਰਡ ਜਿਹੜਾ ਹੈਗਾ ES ਸ਼ੈਲਜ਼ ਐਕਸਪਰਟ ਸਿਸਟਮ ਸ਼ੈਲਜ਼, ਉਹ ਕੀ ਸਭ ਤੋਂ ਫਰੀਕੁਐਂਟ ਚੋਇਸ ਆਪਣੇ ਕੋਲ ਸਭ ਤੋਂ ਵਧੀਆ ਚੋਇਸ ਹੈਗੀ ਹੈ ES ਸ਼ੈਲਜ਼ ਯੂਜ਼ ਕਰਨੀ ਆ। ਪਿਛਲੇ ਕੁਛ ਕੁ ਸਾਲਾਂ ਤੋਂ ਜਿਹੜੀ ਹੈ ਇਹ ਸਭ ਤੋਂ ਵਧੀਆ ਚੋਇਸ ਮੰਨੀ ਜਾ ਰਹੀ ਹੈ, ਕਿਉਂਕਿ ਇਹਦੇ ਵਿੱਚ ਕੀ ਹੈ ਜਿਹੜਾ ਵੀ ਆਪਾਂ ਐਕਸਪਰਟ ਸਿਸਟਮ ਬਣਾਉਣਾ ਜਿਸ ਤਰੀਕੇ ਦਾ ਵੀ, ਉਸ ਤਰੀਕੇ ਦਾ ਆਪਾਂ ਸ਼ੈਲ ਕੀ ਹੈ ਆਪਾਂ ਨੂੰ ਰੈਡੀਮੇਡ ਮਿਲ ਜਾਂਦਾ, ਐਕਸਪਰਟ ਸਿਸਟਮ ਦਾ ਟੈਂਪਲੇਟ ਮਿਲ ਜਾਂਦਾ, ਆਪਾਂ ਉਹਨੂੰ ਯੂਜ਼ ਕਰ ਸਕਦੇ ਹਾਂ। ਬਟ ਉਹਦੇ ਵਿੱਚ ਸਿਰਫ ਕੀ ਹੈ ਨੌਲੇਜ ਬੇਸ ਮਿਸਿੰਗ ਹੁੰਦੀ ਹੈ। ਨੌਲੇਜ ਬੇਸ ਜਿਹੜਾ ਸਿਸਟਮ ਉਹ ਆਪਾਂ ਆਪ ਤਿਆਰ ਕਰਨਾ ਹੋਊ। ਜਿਸ ਨੌਲੇਜ ਬਾਰੇ ਆਪਾਂ ਐਕਸਪਰਟ ਸਿਸਟਮ ਬਣਾ ਰਹੇ ਹਾਂ ਉਹ ਨੌਲੇਜ ਕੀ ਆਪਾਂ ਨੂੰ ਉਹਦੇ ਵਿੱਚ ਇਨਸਰਟ ਕਰਵਾਉਣੀ ਪੈਂਦੀ ਹੈ। ਅਦਰਵਾਈਜ਼ ਬਾਕੀ ਆਪਾਂ ਨੂੰ ਸਾਰਾ ਸਿਸਟਮ ਜਿਹੜਾ ਐਕਸਪਰਟ ਸਿਸਟਮ ਹੈ ਰੈਡੀਮੇਡ ਮਿਲ ਜਾਂਦਾ। ਐਕਸਪਰਟ ਸਿਸਟਮ ਸ਼ੈਲ ਦੀ ਇਹਨਾਂ ਨੇ ਡੈਫੀਨੇਸ਼ਨ ਦਿੱਤੀ ਹੈ ਪ੍ਰੋਪਰ। An expert system shell consists of a generalized interface engine and user interface designed to work with the knowledge base provided in a specified format.
ਕਿ ਐਕਸਪਰਟ ਸਿਸਟਮ ਸ਼ੈਲ ਦੇ ਵਿੱਚ ਕੀ ਹੈ, ਇੰਟਰਫੇਸ ਇੰਜਨ, ਇਨਫਰੈਂਸ ਡਿਜ਼ਾਈਨ ਸਾਰਾ ਇਹਦੇ ਵਿੱਚ ਕੰਟੇਨ ਕਰਦਾ। ਈਵਨ ਕਿ ਨੌਲੇਜ ਬੇਸ ਦਾ ਆਪਾਂ ਨੂੰ ਫੋਰਮੈਟ ਵੀ ਤਿਆਰ ਕਰਕੇ ਦਿੱਤਾ ਜਾਂਦਾ। ਆਪਾਂ ਸਿਰਫ ਅਤੇ ਸਿਰਫ ਕੀ ਆਪਦੀ ਨੌਲੇਜ ਜਿਹੜੀ ਹੈਗੀ ਆਪਣੇ ਸਿਸਟਮ ਦੀ ਇਹਦੇ ਵਿੱਚ ਉਹ ਇਨਸਰਟ ਕਰਵਾਉਣੀ ਹੁੰਦੀ ਹੈ। ਤਾਂ ਇਹਦੇ ਨਾਲ ਕੀ ਆਪਣਾ ਐਕਸਪਰਟ ਸਿਸਟਮ ਜਿਹੜਾ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦਾ। ਹੁਣ ਇਹਦੀਆਂ ਐਡਵਾਂਟੇਜ ਅਤੇ ਡਿਸਐਡਵਾਂਟੇਜ ਦੇਖੋ ES ਸ਼ੈਲਸ ਦੀਆਂ, ਜਿਹੜੇ ਆਪਾਂ ਸ਼ੈਲ ਯੂਜ਼ ਕਰਦੇ ਹਾਂ। ਐਡਵਾਂਟੇਜ ਤਾਂ ਇਹ ਹੈ ਕਿ ਜਿਹੜਾ ਇੱਕ ਇਨਫਰੈਂਸ ਇੰਜਨ ਜਾਂ ਇਨਫਰੈਂਸ ਇੰਜਨ ਜਾਂ ਇੰਟਰਫੇਸ ਬਣਾਉਣ 'ਤੇ ਜਿਹੜੇ ਐਫਰਟ ਲੱਗਦੇ ਆਪਣੇ, ਠੀਕ ਹੈ, ਜੇ ਆਪਾਂ ਲੈਂਗੁਏਜ ਦੇ ਥਰੂ ਬਣਾਈਏ, ਆਪਾਂ ਜਿਹੜੀ ਹੈਗੀ ਪ੍ਰਲੋਗ ਲੈਂਗੁਏਜ ਦੇ ਥਰੂ ਜਿਹੜੀ ਆਪਾਂ ਸਾਰਾ ਸਿਸਟਮ ਬਣਾਈਏ ਤਾਂ ਉਹ 'ਤੇ ਐਫਰਟ ਕਾਫੀ ਜ਼ਿਆਦਾ ਲੱਗਣਗੇ। ਇਹਦੇ ਨਾਲ ਕੀ ਹੈ, ਐਫਰਟ ਘੱਟ ਗਏ, ਐਫਰਟ ਆਪਣੇ ਜਿਹੜੇ ਬਹੁਤ ਜ਼ਿਆਦਾ ਘੱਟ ਗਏ, ਕਿਉਂਕਿ ਆਪਾਂ ਇੱਕ ਬਣਿਆ ਬਣਾਇਆ ਜਿਹੜਾ ਲੈਂਗੁਏਜ ਦੇ ਨਾਲ ਬਣਾਉਂਦੇ ਤਾਂ ਆਪਾਂ ਨੂੰ ਜ਼ਿਆਦਾ ਸਪੈਸ਼ਲਿਸਟ ਪ੍ਰੋਗਰਾਮਰ ਚਾਹੀਦੇ ਸੀ, ਸਪੈਸ਼ਲਿਸਟ ਚਾਹੀਦੇ ਸੀ ਉਸ ਲੈਂਗੁਏਜ ਦੇ ਵਿੱਚ। ਉਹ ਨੀਡ ਕੀ ਆਪਣੀ ਰਿਡਿਊਸ ਹੋ ਗਈ। ਆਪਾਂ ਨੂੰ ਜੇਕਰ ਇਹੋ ਜਿਹੇ ਪ੍ਰੋਗਰਾਮਰ ਹੈ ਜਿਨ੍ਹਾਂ ਨੂੰ ਥੋੜ੍ਹੀ ਲੈਂਗੁਏਜ ਆਪਾਂ ਕਹਿੰਦੇ ਹਾਂ ਵੀ ਘੱਟ ਵੀ ਆਉਂਦੀ ਹੈ, ਤਾਂ ਵੀ ਆਪਣਾ ਜਿਹੜਾ ਕੰਮ ਚੱਲ ਸਕਦਾ। ਥਰਡ ਕੀ ਹੈ ਕਿ ਜੇਕਰ ਆਪਾਂ ਵਧੀਆ ਸ਼ੈੱਲ ਚੂਜ਼ ਕੀਤਾ, ਜਿਹੜਾ ਸ਼ੈੱਲ ਆਪਾਂ ਨੂੰ ਚਾਹੀਦਾ ਸੀ ਉਸੇ ਤਰੀਕੇ ਦਾ ਆਪਾਂ ਟੈਂਪਲੇਟ ਯੂਜ਼ ਕੀਤਾ, ਤਾਂ ਆਪਣਾ ਜਿਹੜਾ ਪ੍ਰੋਜੈਕਟ ਹੈ ਬਹੁਤ ਜਲਦੀ ਬਣ ਕੇ ਅਤੇ ਬਹੁਤ ਸਸਤਾ, ਕਿਉਂਕਿ ਆਪਾਂ ਔਨਲਾਈਨ ਟੈਂਪਲੇਟ ਚੱਕ ਰਹੇ ਹਾਂ ਤਾਂ ਆਪਾਂ ਨੂੰ ਸਪੈਸ਼ਲਿਸਟ ਨੂੰ ਜਿਹੜੇ ਪੇ ਵੀ ਦੇਣ ਦੀ ਜ਼ਰੂਰਤ ਨਹੀਂ। ਆਪਣੇ ਜਿਹੜੇ ਪਹਿਲਾਂ ਦੇ ਪ੍ਰੋਗਰਾਮਰ ਹੋਣਗੇ ਉਹੀ ਕੰਮ ਕਰ ਦੇਣਗੇ, ਤਾਂ ਆਪਾਂ ਨੂੰ ਸਿਸਟਮ ਬਹੁਤ ਸਸਤਾ ਅਤੇ ਬਹੁਤ ਜਲਦੀ ਬਣ ਕੇ ਜਿਹੜਾ ਤਿਆਰ ਹੋ ਜਾਊਗਾ। ਹੁਣ ਇਹਦੀਆਂ ਦੇਖੋ ਨਾਲ ਦੀ ਨਾਲ ਡਿਸਐਡਵਾਂਟੇਜ ਵੀ ਕੀ ਹੈ। ਡਿਸਐਡਵਾਂਟੇਜ ਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਕੀ ਹੈ, ਜਿਹੜਾ ਆਪਾਂ ਸ਼ੈੱਲ ਯੂਜ਼ ਕਰ ਰਹੇ ਹਾਂ ਉਹਨੂੰ ਚੂਜ਼ ਕਰਨ ਦਾ ਮਤਲਬ ਆਪਾਂ ਨੂੰ ਪ੍ਰੋਬਲਮ ਆਉਂਦੀ ਹੈ ਕਿ ਜੇਕਰ ਆਪਾਂ ਵਧੀਆ ਸ਼ੈੱਲ ਚੂਜ਼ ਕੀਤਾ, ਵਧੀਆ ਟੈਂਪਲੇਟ ਚੂਜ਼ ਕੀਤਾ ਜਿਹੜਾ ਹੈ ਨਾ ਆਪਣੇ ਸਿਸਟਮ ਦੇ ਅਕੋਰਡਿੰਗ ਸਹੀ ਹੈ, ਫਿਰ ਤਾਂ ਕੋਈ ਪ੍ਰੋਬਲਮ ਨਹੀਂ। ਅਦਰਵਾਈਜ਼ ਕਈ ਵਾਰ ਕੀ ਆਪਣੇ ਕੋਲੋਂ ਬੈਸਟ ਸ਼ੈੱਲ ਚੂਜ਼ ਨਹੀਂ ਕੀਤਾ ਜਾਂਦਾ ਤਾਂ ਆਪਾਂ ਨੂੰ ਪੂਅਰ ਡਾਕੂਮੈਂਟੇਸ਼ਨ ਦੀ ਪ੍ਰੋਬਲਮ ਆਉਂਦੀ ਹੈ, ਆਪਣੀ ਡਾਕੂਮੈਂਟੇਸ਼ਨ ਸਹੀ ਨਹੀਂ ਹੁੰਦੀ, ਸਿਕਿਉਰਿਟੀ ਦੀ ਪ੍ਰੋਬਲਮ ਆਉਂਦੀ ਹੈ, ਤਾਂ ਉਹਨੂੰ ਮੇਨਟੇਨ ਕਰਨ ਦੇ ਵਿੱਚ ਕਾਫੀ ਸਾਰੀਆਂ ਜਿਹੜੀਆਂ ਡਿਫੀਕਲਟੀਜ਼ ਅਕਰ ਹੁੰਦੀਆਂ। ਸੈਕਿੰਡ ਹੈਗੀ ਡਿਸਐਡਵਾਂਟੇਜ ਪ੍ਰੋਬਲਮ ਆਫ ਫਲੈਕਸੀਬਿਲਿਟੀ। ਕਈ ਵਾਰ ਕੀ ਹੈ, ਜਿਹੜਾ ਆਪਾਂ ਟੈਂਪਲੇਟ ਚੂਜ਼ ਕਰ ਲਿਆ ਉਹਦੇ ਵਿੱਚ ਕੀ ਹੈ ਬਾਅਦ ਵਿੱਚ ਟਾਈਮ ਟੂ ਟਾਈਮ ਨੌਲੇਜ ਅਪਡੇਟ ਕਰਨਾ ਜਾਂ ਨੌਲੇਜ ਦੇ ਵਿੱਚ ਕੁਝ ਚੇਂਜਸ ਕਰਨੇ, ਉਹਦੇ ਵਿੱਚ ਆਪਾਂ ਨੂੰ ਪ੍ਰੋਬਲਮ ਅਕਰ ਹੁੰਦੀ ਹੈ ਕਿ ਆਪਣਾ ਜਿਹੜਾ ਐਕਸਪਰਟ ਸਿਸਟਮ ਬਣਿਆ ਉਹ ਫਲੈਕਸੀਬਲ ਨਹੀਂ ਹੁੰਦਾ, ਉਹ ਚੇਂਜਸ ਜਿਹੜੇ ਅਡੋਪਟ ਨਹੀਂ ਕਰ ਸਕਦਾ। ਥਰਡ ਹੈਗੀ ਇਨ ਐਨ ਅਟੈਂਪਟ ਟੂ ਮਾਡਲ ਨੋਨ ਸਟੈਂਡਰਡਾਈਜ਼ ਪੀਸ ਆਫ ਰੀਜ਼ਨਿੰਗ the system builder may produce a system which consists of 2 or more expert system shell side by side। ਕਈ ਵਾਰ ਇਹੋ ਜਿਹਾ ਹੁੰਦਾ ਕਿ ਆਪਾਂ ਚੂਜ਼ ਜਿਹੜਾ ਹੈਗੇ ਆ ਇਹੋ ਜਿਹਾ ਸਿਸਟਮ, ਇਹੋ ਜਿਹਾ ਸ਼ੈੱਲ ਚੂਜ਼ ਕਰ ਲੈਣੇ ਜਿਹਦਾ ਕਿ 2 ਐਕਸਪਰਟ ਸਿਸਟਮ ਨੂੰ ਕੰਟੀਨਿਊਸਲੀ ਚਲਾ ਸਕਦਾ, ਤਾਂ ਉਹਦੇ ਵਿੱਚ ਆਪਾਂ ਨੂੰ ਕਾਫੀ ਸਾਰੀਆਂ ਪ੍ਰੋਬਲਮਸ ਅਕਰ ਆਉਂਦੀਆਂ। ਤਾਂ ਮੇਨ ਆਪਾਂ ਨੂੰ ਇਹਦੇ ਵਿੱਚ ਕੀ ਹੈ, ਸਭ ਤੋਂ ਮੇਨ ਹੈਗਾ ਆਪਣਾ ES ਸ਼ੈੱਲ ਚੂਜ਼ ਕਰਨਾ, ਕਿ ਜੇਕਰ ਆਪਾਂ ਸਹੀ ES ਸ਼ੈੱਲ ਚੂਜ਼ ਕੀਤਾ ਤਾਂ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ। ਅਦਰਵਾਈਜ਼ ਆਪਣਾ ਜੇਕਰ ES ਸ਼ੈੱਲ ਆਪਾਂ ਕੋਈ ਗਲਤ ਚੂਜ਼ ਕਰ ਲਿਆ ਤਾਂ ਆਪਾਂ ਨੂੰ ਕਾਫੀ ਸਾਰੀਆਂ ਡਿਫੀਕਲਟੀਜ਼ ਦਾ ਜਿਹੜਾ ਸਾਹਮਣਾ ਕਰਨਾ ਪੈ ਸਕਦਾ। ਨੈਕਸਟ ਇਹਨਾਂ ਨੇ ਟੋਪਿਕ ਇਹ ਦਿੱਤਾ ਫੈਕਟਰ ਇਨਵੋਲਵਿੰਗ ਇਨ ਚੂਜ਼ਿੰਗ E ਸ਼ੈੱਲ। E ਸ਼ੈੱਲ ਚੂਜ਼ ਕਰਨ ਦੇ ਵਿੱਚ ਜਿਹੜੇ ਫੈਕਟਰ ਹੈਗੇ ਕੀ ਆਪਾਂ ਜਿਹੜਾ ਧਿਆਨ ਵਿੱਚ ਗੱਲਾਂ ਰੱਖਣੀਆਂ ES ਸ਼ੈੱਲ ਨੂੰ ਚੂਜ਼ ਕਰਨ ਵੇਲੇ। ਸਭ ਤੋਂ ਪਹਿਲਾਂ ਤਾਂ ਦੇਖੋ ਹੈਗਾ ਦ ਕਰੈਕਟਰਿਸਟਿਕਸ ਆਫ ਨੌਲੇਜ ਐਂਡ ਸਟਾਈਲ ਆਫ ਇਨਫਰੈਂਸ ਯੂਜ਼ਡ ਬਾਈ ਡੋਮੇਨ ਐਕਸਪਰਟ ਔਰ ਐਕਸਪਰਟਸ। ਸਭ ਤੋਂ ਪਹਿਲਾਂ ਕੀ ਆਪਾਂ ਨੌਲੇਜ ਵੇਖਣੀ ਹੈ ਕਿ ਕਿਸ ਤਰ੍ਹਾਂ ਦੀ ਨੌਲੇਜ ਆਪਣੇ ਕੋਲ, ਉਹਨੂੰ ਰੀਪ੍ਰਜੈਂਟ ਕਰਨ ਦਾ ਕੀ ਤਰੀਕਾ, ਉਸ ਚੀਜ਼ 'ਤੇ ਵੇਖਣਾ ਚਾਹੀਦਾ। ਸੈਕਿੰਡ ਕੀ ਆਪਣੇ ਕੋਲ ਓਨਾ ਕੁ ਟਾਈਮ ਅਤੇ ਉਨੀ ਕੁ ਮਨੀ ਅਵੇਲੇਬਲ ਹੋਣੀ ਚਾਹੀਦੀ ਪ੍ਰੋਜੈਕਟ ਲਈ, ਉਹ ਆਪਾਂ ਚੈੱਕ ਕਰਾਂਗੇ ਕਿੰਨਾ ਕੁ ਟਾਈਮ ਹੈ ਸਾਡੇ ਕੋਲ, ਕਿੰਨੀ ਕੁ ਮਨੀ ਹੈ, ਉਹ ਜਿਹਾ ਸ਼ੈੱਲ ਆਪਾਂ ਚੂਜ਼ ਕਰਾਂਗੇ, ਠੀਕ ਹੈ। ਨੈਕਸਟ ਜਿਹੜੇ ਹਾਰਡਵੇਅਰ ਅਵੇਲੇਬਲ ਆਪਾਂ ਉਹ ਦੇਖਾਂਗੇ ਕਿ ਜਿਹੜੇ ਹਾਰਡਵੇਅਰ ਅਵੇਲੇਬਲ ਹੈ ਕਿ ਇਹਨਾਂ ਹਾਰਡਵੇਅਰ ਦੇ ਨਾਲ ਆਪਣਾ ਜਿਹੜਾ ਸ਼ੈੱਲ ਹੈ ਉਹ ਕੰਮ ਕਰ ਸਕਦਾ, ਆਪਾਂ ਨੂੰ ਐਕਸਟਰਾ ਹਾਰਡਵੇਅਰ ਦੀ ਜ਼ਰੂਰਤ ਤਾਂ ਨਹੀਂ ਪਊਗੀ। ਤਾਂ ਆਪਾਂ ਆਪਦੇ ਸਿਸਟਮ ਦੀ ਪਰਫੋਰਮੈਂਸ ਦੇਖਾਂਗੇ ਅਤੇ ਜਿਹੜੇ ਆਪਣੇ ਸ਼ੈੱਲ 'ਤੇ ਹਾਰਡਵੇਅਰ ਰਨ ਹੋ ਸਕਦੇ ਆ ਉਹ ਆਪਾਂ ਦੇਖਾਂਗੇ ਕਿ ਕਿਹੜੀ ਆਪਾਂ ਨੂੰ ਜਿਹੜਾ ਹੈਗਾ ਵੀ ਹਾਰਡਵੇਅਰ ਆਪਣੇ ਕੋਲ ਅਵੇਲੇਬਲ ਹੈ ਉਸ ਟਾਈਮ 'ਤੇ, ਕਿ ਉਹੀ ਆਪਣੀ ਨੀਡ ਨੂੰ ਫੁੱਲਫਿਲ ਕਰ ਦੇਣਗੇ, ਆਪਾਂ ਨੂੰ ਨਿਊ ਹਾਰਡਵੇਅਰ ਜਾਂ ਨਿਊ ਸੋਫਟਵੇਅਰ ਇੰਸਟਾਲ ਕਰਵਾਉਣ ਦੀ ਜ਼ਰੂਰਤ ਤਾਂ ਨਹੀਂ ਪਏਗੀ।
ਨੈਕਸਟ ਹੈਗਾ ਜਾਂ ਨੀਡ ਫॉर ਐਕਸਪਰਟ ਸਿਸਟਮ। ਜਿਹੜੇ ਹੁਣ ਆਪਾਂ ਇਹ ਨੀਡ ਐਡਵਾਂਟੇਜ ਡਿਸਐਡਵਾਂਟੇਜ ਕਰ ਰਹੇ ਹਾਂ, ਵੈਸੇ ਆਪਣੇ ਸਿਲੇਬਸ 'ਚ ਮੈਂਸ਼ਨ ਨਹੀਂ ਹੈਗੇ, ਬਟ ਜਦੋਂ ਐਕਸਪਰਟ ਸਿਸਟਮ ਹੈ ਤਾਂ ਆਪਾਂ ਨੂੰ ਉਹਦੀ ਨੀਡ ਅਤੇ ਐਡਵਾਂਟੇਜ ਡਿਸਐਡਵਾਂਟੇਜ ਮੈਨੂੰ ਲੱਗਦਾ ਆਪਾਂ ਕਰ ਲਈਏ ਤਾਂ ਬੈਟਰ ਰਹੂਗਾ। ਦੇਖੋ ਪਹਿਲਾਂ ਨੀਡ ਕਿਉਂ ਪਈ ਹੈ ਨਾ ਐਕਸਪਰਟ ਸਿਸਟਮ ਯੂਜ਼ ਕਰਨ ਦੀ। ਜਿਹੜੇ ਆਪਾਂ ਕਿਹਾ ਸੀ ਕਿ ਐਕਸਪਰਟ ਸਿਸਟਮ ਜਿਹੜੇ ਹਿਊਮਨ ਐਕਸਪਰਟ ਆ ਉਹਨਾਂ ਦਾ ਕੰਮ ਕਰਦੇ ਆ, ਠੀਕ ਹੈ। ਤਾਂ ਐਕਸਪਰਟਸ ਆਰ ਨੋਟ ਆਲਵੇਜ਼ ਅਵੇਲੇਬਲ। ਹਰ ਟਾਈਮ 'ਤੇ ਆਪਣੇ ਕੋਲ ਐਕਸਪਰਟ ਅਵੇਲੇਬਲ ਨਹੀਂ ਹੁੰਦਾ ਹਿਊਮਨ ਐਕਸਪਰਟ। ਬਟ ਇਹ ਜਿਹੜਾ ਐਕਸਪਰਟ ਸਿਸਟਮ ਹੈ ਉਹ ਆਪਾਂ ਕਿਤੇ ਵੀ ਕਿੰਨੇ ਵੀ ਟਾਈਮ 'ਤੇ ਯੂਜ਼ ਕਰ ਸਕਦੇ ਹਾਂ। ਦੇਖੋ ਹਿਊਮਨ ਐਕਸਪਰਟ ਤਾਂ ਵੱਧ ਤੋਂ ਵੱਧ ਆਪਣਾ ਜਿਹੜਾ ਉਹਦਾ ਜੋਬ ਟਾਈਮ ਹੋਊਗਾ 9 to 5 ਲਾ ਲਓ, 9 to 9 ਲਾ ਲਓ, ਹੈ ਨਾ, ਉਸ ਟਾਈਮ 'ਤੇ ਆਪਣਾ ਕੰਮ ਕਰੂਗਾ। ਬਟ ਐਕਸਪਰਟ ਸਿਸਟਮ ਹੈ ਜਿਹੜਾ ਆਪਾਂ ਨੂੰ 24/7 ਹਾਰਸ ਜਿਹੜੀ ਅਵੇਲੇਬਿਲਿਟੀ ਦਊਗਾ ਅਤੇ ਕਿਸੇ ਵੀ ਜਗ੍ਹਾ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ। ਸੈਕਿੰਡ ਪੁਆਇੰਟ ਦੇਖੋ, ਹਿਊਮਨ ਐਕਸਪਰਟਸ ਆਰ ਨੋਟ 100% ਰਿਲਾਈਬਲ ਐਂਡ ਕੰਸਿਸਟੈਂਸ। ਹਿਊਮਨ ਐਕਸਪਰਟ ਨੇ ਮੰਨ ਲਓ ਕਿ ਆਪਾਂ ਨੂੰ ਡਿਸੀਜ਼ਨ ਫਾਈਂਡ ਆਊਟ ਕਰਕੇ ਦਿੱਤਾ, ਫਿਰ ਵੀ ਹਿਊਮਨ ਹੈ ਨਾ ਉਹ 100% ਰਿਲਾਏਬਲ ਭਰੋਸੇਯੋਗ ਨਹੀਂ ਹੋਊਗਾ। ਬਟ ਹਿਊਮਨ ਐਕਸਪਰਟ ਸਿਸਟਮ ਹੈ ਜਿਹੜਾ ਆਪਾਂ ਉਹਨੂੰ ਕੀ ਹੈ 100% ਰਿਲਾਏਬਲ ਮੰਨ ਕੇ ਚੱਲਦੇ ਹਾਂ। ਸੈਕਿੰਡ ਕੀ ਹੈ ਕਿ ਜਿਹੜਾ ਐਕਸਪਰਟ ਹੈ ਉਹ ਆਪਦੇ ਡਿਸੀਜ਼ਨ ਨੂੰ ਚੰਗੀ ਤਰ੍ਹਾਂ ਐਕਸਪਲੇਨ ਨਹੀਂ ਕਰ ਸਕਦਾ ਕਈ ਟਾਈਮ 'ਤੇ। ਬਟ ਹਿਊਮਨ ਜਿਹੜਾ ਐਕਸਪਰਟ ਸਿਸਟਮ ਹੈ ਉਹ ਕੀ ਆਪਣਾ ਡਿਸੀਜ਼ਨ ਨੂੰ ਪੂਰੀ ਵਧੀਆ ਤਰੀਕੇ ਨਾਲ ਐਕਸਪਲੇਨ ਕਰਕੇ ਦਊਗਾ। ਐਂਡ ਕੋਸਟ ਇਫੈਕਟਿਵ। ਜਿਹੜੇ ਐਕਸਪਰਟਸ ਹੈ ਉਹਨਾਂ ਦੀ ਕੋਸਟ ਕਾਫੀ ਜ਼ਿਆਦਾ ਹੁੰਦੀ ਹੈ, ਉਹ ਕਾਫੀ ਜ਼ਿਆਦਾ ਪੇ ਕਰਦੇ ਆ। ਬਟ ਐਕਸਪਰਟ ਸਿਸਟਮ ਦੀ ਜਿਹੜੀ ਕੋਸਟ ਹੈ ਉਹ ਘੱਟ ਹੁੰਦੀ ਹੈ, ਠੀਕ ਹੈ। ਨੈਕਸਟ ਇਹਨਾਂ ਨੇ ਕੁਛ ਕੁ ਹੋਰ ਪੁਆਇੰਟ ਦਿੱਤੇ ਆ ਕਿ ਆਪਾਂ ਹਿਊਮਨ ਐਕਸਪਰਟਾਈਜ਼ ਇਜ਼ ਵੈਰੀ ਸਕਾਰਸ। ਕਿ ਜਿਹੜੇ ਹਿਊਮਨ ਐਕਸਪਰਟ ਹੁੰਦੇ ਆ ਦੇਖੋ ਬਹੁਤ ਰੇਅਰ ਹੁੰਦੇ ਆ। ਹਰ ਇੱਕ ਇਨਸਾਨ ਐਕਸਪਰਟ ਨਹੀਂ ਹੁੰਦਾ, ਬਹੁਤ ਰੇਅਰ ਹੁੰਦੇ ਆ। ਬਟ ਆਪਾਂ ਨੂੰ ਸਿਸਟਮ ਹੈ ਜਿਹੜਾ ਇੱਕੋ ਹੀ ਸਿਸਟਮ ਆਪਾਂ ਸਾਰੇ ਯੂਜ਼ ਕਰ ਸਕਦੇ ਹਾਂ। ਫਿਰ ਹੈਗਾ ਹਿਊਮਨ ਹੈ ਜਿਹੜਾ ਦੇਖੋ ਉਹ ਟਾਇਰਡ ਹੋ ਸਕਦਾ ਫਿਜ਼ੀਕਲੀ ਵੀ ਅਤੇ ਮੈਂਟਲੀ ਵੀ। ਬਟ ਜਿਹੜੇ ਮਸ਼ੀਨ ਹੋ ਗਈ ਉਹ ਕਦੇ ਵੀ ਥੱਕੂਗੀ ਨਹੀਂ। ਫਿਰ ਹਿਊਮਨ ਹੈ ਜਿਹੜੇ ਕੁਛ ਕੁ ਕਰੂਸ਼ੀਅਲ ਪੁਆਇੰਟ ਹੈ ਜਿਹੜੇ ਵਧੀਆ ਮੇਨ ਪੁਆਇੰਟ ਆ ਉਹ ਕੀ ਹੈ ਉਹਨਾਂ ਕਈ ਵਾਰ ਭੁੱਲ ਸਕਦਾ ਪ੍ਰੋਬਲਮ ਦੇ ਵਿੱਚ, ਠੀਕ ਹੈ। ਤਾਂ ਜਿਹੜੀ ਇਨਕਨਸਿਸਟੈਂਸੀ ਜਿਹੜੀ ਹਿਊਮਨ ਜਿਹੜਾ ਡੇ ਬਾਏ ਡੇ ਉਹਦੇ ਵਿੱਚ ਡਿਸੀਜ਼ਨ ਵਿੱਚ ਆ ਸਕਦੀ ਹੈ। ਅਤੇ ਹਿਊਮਨ ਦੀ ਲਿਮਿਟਡ ਵਰਕਿੰਗ ਮੈਮਰੀ ਹੁੰਦੀ ਹੈ। ਕਈ ਵਾਰ ਕੀ ਹੈ ਉਹਨੂੰ ਲਾਰਜ ਅਮਾਊਂਟ ਆਫ ਡਾਟਾ ਯਾਦ ਨਹੀਂ ਰੱਖ ਸਕਦਾ। ਕਈ ਵਾਰ ਇਨਫੋਰਮੇਸ਼ਨ ਨੂੰ ਰੀਕਾਲ ਕਰਨ ਦੇ ਵਿੱਚ ਸਲੋਅ ਹੁੰਦਾ, ਉਹਨੂੰ ਟਾਈਮ 'ਤੇ ਜਿਹੜੀ ਹੈ ਨਾ ਕੋਈ ਇਨਫੋਰਮੇਸ਼ਨ ਯਾਦ ਨਹੀਂ ਆਉਂਦੀ। ਅਤੇ ਇਹਨਾਂ ਚੀਜ਼ਾਂ ਕਰਕੇ ਜਿਹੜਾ ਹਿਊਮਨ ਐਕਸਪਰਟ ਦੀ ਜਗ੍ਹਾ ਆਪਾਂ ਐਕਸਪਰਟ ਸਿਸਟਮ ਹੈ ਜਿਹੜਾ ਲੈ ਕੇ ਆਏ ਹਾਂ। ਐਕਸਪਰਟ ਸਿਸਟਮ ਆਰ ਫॉर ਐਵਰੀਵਨ। ਕਿ ਐਕਸਪਰਟ ਸਿਸਟਮ ਹੈ ਜਿਹੜਾ ਦੇਖੋ ਹਰ ਇੱਕ ਇਨਸਾਨ ਲਈ ਹੈ, ਕੋਈ ਵੀ ਇਹਨੂੰ ਯੂਜ਼ ਕਰ ਸਕਦਾ। ਕਿਸੇ ਵੀ ਫੀਲਡ ਦੇ ਵਿੱਚ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ, ਭਾਵੇਂ ਕੋਈ ਟ੍ਰੇਨਿੰਗ ਹੈ, ਭਾਵੇਂ ਕੋਈ ਬੇਸਿਕ ਰਿਸਰਚ ਹੈ, ਭਾਵੇਂ ਕੋਈ ਅਪਲਾਈਡ ਰਿਸਰਚ ਹੈ, ਇੰਜੀਨੀਅਰ ਦਾ ਕੋਈ ਪ੍ਰੋਬਲਮ ਹੈ, ਕੰਸਲਟਿੰਗ ਹੈ, ਸੇਲਸ ਮਾਰਕੀਟਿੰਗ, ਹਰ ਤਰ੍ਹਾਂ ਦੀ ਆਪਾਂ ਫੀਲਡ ਦੇ ਵਿੱਚ ਜਿਹੜਾ ਇਹਨੂੰ ਯੂਜ਼ ਕਰ ਸਕਦੇ ਹਾਂ। ਨੈਕਸਟ ਆ ਗਈਆਂ ਜਿਹੜੀਆਂ ਐਡਵਾਂਟੇਜ ਕੀ ਹੈਗੀਆਂ ਨੇ। ਫਸਟ ਐਡਵਾਂਟੇਜ ਹੈਗੀ ਹੈ ਪਰਮੈਂਸ। ਪਰਮੈਂਸ ਮੀਨਸ ਕਿ ਐਕਸਪਰਟ ਸਿਸਟਮ ਡੂ ਨਾਟ ਫॉरਗੈਟ ਬਟ ਹਿਊਮਨ ਐਕਸਪਰਟ ਮੇ। ਦੇਖੋ ਐਕਸਪਰਟ ਸਿਸਟਮ ਹੈ ਜਿਹੜਾ ਮਸ਼ੀਨ ਹੋ ਗਈ ਇੱਕ, ਮਸ਼ੀਨ ਦੇ ਵਿੱਚ ਜਿਹੜਾ ਆਪਾਂ ਡਾਟਾ ਸਟੋਰ ਕਰਤਾ ਉਹ ਕਦੇ ਵੀ ਭੁੱਲਦਾ ਨਹੀਂ ਉਸ ਚੀਜ਼ ਨੂੰ। ਬਟ ਹਿਊਮਨ ਕਹਿੰਦੇ ਭੁੱਲ ਸਕਦਾ, ਹੈ ਨਾ। ਰੀਪਰੋਡਕਟੀਬਿਲਿਟੀ ਦੇਖੋ ਜੇ ਆਪਾਂ ਹਿਊਮਨ ਐਕਸਪਰਟ ਤਿਆਰ ਕਰਨੇ ਆ ਤਾਂ ਆਪਾਂ ਨੂੰ ਕੀ ਇਹਨੂੰ ਟ੍ਰੇਨਿੰਗ ਦੇਣੀ ਪਊਗੀ ਹੌਲੀ ਹੌਲੀ, ਟਾਈਮ ਟੂ ਟਾਈਮ। ਇੱਕ ਟਾਈਮ ਕੰਜ਼ਿਊਮਿੰਗ ਅਤੇ ਐਕਸਪੈਂਸਿਵ ਸਿਸਟਮ ਹੈ ਇੱਕ ਹਿਊਮਨ ਐਕਸਪਰਟ ਤਿਆਰ ਕਰਨਾ। ਬਟ ਕੀ ਹੈ ਜਦੋਂ ਇੱਕ ਸਿਸਟਮ ਤਿਆਰ ਹੋਇਆ ਆਪਣੇ ਕੋਲ ਉਹ ਤੋਂ ਆਪਾਂ ਕਿੰਨੀਆਂ ਹੀ ਕਾਪੀਜ਼ ਜਿਹੜੀਆਂ ਤਿਆਰ ਕਰ ਸਕਦੇ ਹਾਂ। ਐਫੀਸ਼ੀਐਂਸੀ ਵਿੱਚ ਕੀ ਆਪਾਂ ਨੂੰ ਥਰੂਪੁੱਟ ਟਾਈਮ ਜਿਹੜਾ ਇਨਕਰੀਜ਼ ਹੁੰਦਾ, ਆਪਾਂ ਨੂੰ ਛੇਤੀ ਡਿਸੀਜ਼ਨ ਫਾਈਂਡ ਆਊਟ ਕਰਕੇ ਮਿਲਦਾ। ਅਤੇ ਕੋਸਟ ਵੀ ਆਪਾਂ ਨੂੰ ਡਿਕਰੀਜ਼ ਹੁੰਦੀ ਹੈ। ਕੋਸਟ ਦੇਖੋ ਕਿਵੇਂ ਡਿਕਰੀਜ਼ ਹੁੰਦੀ ਹੈ। ਭਾਵੇਂ ਐਕਸਪਰਟ ਸਿਸਟਮ ਨੂੰ ਬਿਲਡ ਕਰਨ ਅਤੇ ਮੇਨਟੇਨ ਕਰਨ ਦਾ ਖਰਚਾ ਇੱਕ ਵਾਰ ਆਪਾਂ ਨੂੰ ਆਉਂਦਾ। ਜਿਹੜਾ ਬਿਲਡ ਕਰਨਾ, ਤਿਆਰ ਕਰਨਾ ਅਤੇ ਉਹਨੂੰ ਮੇਨਟੇਨ ਕਰਨਾ ਉਹ ਜਿਹੜਾ ਹੈਗਾ ਕੋਸਟਲੀ ਹੈਗਾ। ਬਟ ਬਾਅਦ ਵਿੱਚ ਜਦੋਂ ਆਪਾਂ ਇਹਦੇ ਵਿੱਚ ਕੰਮ ਕਰਦੇ ਹਾਂ ਉਹ ਕੀ ਆਪਾਂ ਨੂੰ ਸਸਤਾ ਪੈਂਦਾ। ਇੱਕ ਵਾਰ ਕੋਸਟ ਲੱਗਦੀ ਹੈ, ਬਾਅਦ ਵਿੱਚ ਆਪਣੀ ਕੋਸਟ ਜਿਹੜੀ ਹੈ ਉਹ ਡਿਕਰੀਜ਼ ਹੁੰਦੀ ਹੈ। ਅਤੇ ਫਿਰ ਦੇਖੋ ਕਾਫੀ ਸਾਰੇ ਯੂਜ਼ਰ ਜਿਹੜੇ ਇਹਨੂੰ ਇੱਕ ਟਾਈਮ 'ਤੇ ਯੂਜ਼ ਕਰ ਸਕਦੇ ਐਕਸਪਰਟ ਸਿਸਟਮ ਨੂੰ, ਉਹ ਵੀ ਕੋਸਟ ਦਾ ਇਫੈਕਟ ਪੈਂਦਾ ਹੈਗਾ। ਅਤੇ ਜਿਹੜਾ ਇਹਦੀ ਓਵਰਆਲ ਕੋਸਟ ਦੇਖੀਏ ਆਪਾਂ ਹਿਊਮਨ ਐਕਸਪਰਟ ਨਾਲ ਉਹ ਕੀ ਹੈ ਘੱਟ ਹੈਗੀ ਹੈ ਅਤੇ ਕੋਸਟ ਆਪਣੀ ਸੇਵ ਹੁੰਦੀ ਹੈ। ਕੰਸਿਸਟੈਂਸੀ ਹੁੰਦੀ ਹੈ ਮੀਨਸ ਕਿ ਦੇਖੋ ਹਿਊਮਨ ਹੈ ਜਿਹੜਾ ਉਹ ਇਨਕਨਸਿਸਟੈਂਟ ਹੁੰਦਾ। ਮੀਨਸ ਕਿ ਮੰਨ ਲਓ ਦੋ ਇਨਸਾਨ ਨੂੰ ਸੇਮ ਪ੍ਰੋਬਲਮ ਆਈ ਤਾਂ ਹਿਊਮਨ ਕਈ ਵਾਰ ਕੀ ਹੈ ਦੋਨਾਂ ਨੂੰ ਅਲੱਗ ਅਲੱਗ ਡਿਸੀਜ਼ਨ ਫਾਈਂਡ ਆਊਟ ਕਰਕੇ ਦੇ ਸਕਦਾ, ਹੈ ਨਾ। ਜਿਵੇਂ ਉਹਨੂੰ ਲੱਗਦਾ ਕਈ ਵਾਰ ਉਹਨੂੰ ਪਿਛਲਾ ਡਿਸੀਜ਼ਨ ਨਹੀਂ ਰੀਕਾਲ ਹੁੰਦਾ, ਯਾਦ ਨਹੀਂ ਹੁੰਦਾ।
ਬਟ ਜਿਹੜਾ ਸਿਸਟਮ ਹੈ ਉਹ ਕੀ ਆਪਾਂ ਨੂੰ ਕੰਸਿਸਟੈਂਟ ਰਿਜ਼ਲਟ ਦਊਗਾ। ਭਾਵੇਂ ਉਹਨੂੰ 4 ਜਾਣੇ ਇੱਕੋ ਪ੍ਰੋਬਲਮ ਦਾ ਸਲਿਊਸ਼ਨ ਪੁੱਛ ਲਓ, ਉਹ ਇੱਕ ਹੀ ਸਲਿਊਸ਼ਨ ਫਾਈਂਡ ਆਊਟ ਕਰਕੇ ਦਊ। ਇਹ ਨਹੀਂ ਕਿ ਇੱਕ ਨੂੰ ਕੋਈ ਹੋਰ ਡਿਸੀਜ਼ਨ ਦੇਤਾ, ਦੂਸਰੇ ਨੂੰ ਕੋਈ ਹੋਰ ਸਲਿਊਸ਼ਨ ਦੇਤਾ। ਇੱਕੋ ਜਿਹੀ ਪ੍ਰੋਬਲਮ ਜੇਕਰ 4 ਤੋਂ ਵੱਧ ਜਾਣਿਆਂ ਨੂੰ ਵੀ ਇਹ ਤੋਂ ਸਾਰਿਆਂ ਨੂੰ ਸੇਮ ਸਲਿਊਸ਼ਨ ਫਾਈਂਡ ਆਊਟ ਕਰਕੇ ਦਿੱਤਾ ਜਾਊਗਾ। ਡਾਕੂਮੈਂਟੇਸ਼ਨ ਇਹਦੇ ਵਿੱਚ ਜਿਹੜਾ ਡਿਸੀਜ਼ਨ ਪ੍ਰੋਸੈਸ ਹੈ ਉਹ ਪਰਮਾਨੈਂਟ ਰਹਿੰਦਾ। ਜਿਸ ਤਰੀਕੇ ਪ੍ਰੋਸੈਸਿੰਗ ਸਿਲੈਕਟ ਹੋਊਗੀ ਸ਼ੁਰੂ ਤੋਂ, ਉਸੇ ਤਰੀਕੇ ਹਰ ਇੱਕ ਚੀਜ਼ ਦੀ ਪ੍ਰੋਸੈਸਿੰਗ ਹੋਊਗੀ। ਕੰਪਲੀਟਨੈਸ ਕਿ ਜਿਹੜੀ ਸਾਰੀਆਂ ਟ੍ਰਾਂਜੈਕਸ਼ਨਸ ਹੋਣਗੀਆਂ, ਸਾਰੇ ਡਿਸੀਜ਼ਨ ਫਾਈਂਡ ਆਊਟ ਕਰਨੇ ਹੋਣਗੇ, ਉਹ ਕੀ ਹੈ ਕੰਪਲੀਟ ਹੋਣਗੇ। ਇਹ ਨਹੀਂ ਕਿ ਅੱਧ ਵਿਚਾਲੇ ਹੈ ਨਾ ਆਪਾਂ ਨੂੰ ਕੋਈ ਸਲਿਊਸ਼ਨ ਨਹੀਂ ਫਾਈਂਡ ਆਊਟ ਕਰਕੇ ਦਿੱਤਾ, ਆਪਣੀ ਪ੍ਰੋਬਲਮ ਅੱਧ ਵਿਚਾਲੇ ਰਹਿ ਗਈ, ਨਹੀਂ। ਕੰਪਲੀਟਨੈਸ ਹੋਊਗੀ। ਟਾਈਮਲਾਈਨਸ ਹੋਊਗੀ, ਆਪਾਂ ਨੂੰ ਘੱਟ ਤੋਂ ਘੱਟ ਟਾਈਮ ਦੇ ਵਿੱਚ ਜਿਹੜਾ ਰਿਜ਼ਲਟ ਫਾਈਂਡ ਆਊਟ ਕਰਕੇ ਦਿੱਤਾ ਜਾਊਗਾ ਜਾਂ ਡਿਸੀਜ਼ਨ ਫਾਈਂਡ ਆਊਟ ਕਰਕੇ ਦਿੱਤਾ ਜਾਊਗਾ। ਬਰੈਥ ਹੁੰਦਾ ਮਤਲਬ ਪੂਰੀ ਡੂੰਘਾਈ ਦੇ ਵਿੱਚ ਜਿਹੜਾ ਹਿਊਮਨ ਦੀ ਤਰ੍ਹਾਂ ਸੋਚੂਗਾ, ਆਪਣੀ ਪ੍ਰੋਬਲਮ ਨੂੰ ਪੂਰੀ ਬਰੈਥ ਤੱਕ ਚੈੱਕ ਕਰੂਗਾ ਅਤੇ ਫਿਰ ਸਲਿਊਸ਼ਨ ਹੈ ਜਿਹੜੇ ਸਾਰੇ ਆਸਪੈਕਟ ਵੇਖ ਕੇ ਆਪਾਂ ਨੂੰ ਫਾਈਂਡ ਆਊਟ ਕਰਕੇ ਦੇਊਗਾ। ਰਿਡਿਊਸ ਰਿਸਕ ਆਫ ਡੂਇੰਗ ਬਿਜ਼ਨਸ, ਡਾਕੂਮੈਂਟੇਸ਼ਨ ਵਧੀਆ ਹੁੰਦੀ ਹੈ। ਡਿਸੀਜ਼ਨ ਮੇਕਿੰਗ ਕੈਪੇਬਿਲਿਟੀ ਵਧੀਆ ਹੁੰਦੀ ਹੈ ਇਹਦੀ। ਐਂਟਰੀ ਬੈਰੀਅਰਸ ਕਿ ਜਦੋਂ ਆਪਾਂ ਕੋਈ ਵੀ ਨਵੀਂ ਹੈ ਨਾ ਇਹਦੇ ਵਿੱਚ ਪ੍ਰੋਬਲਮ ਪਾਵਾਂਗੇ ਤਾਂ ਉਸ ਨੂੰ ਕੀ ਹੈ ਨਵੇਂ ਨੌਲੇਜ ਨੂੰ ਇਹ ਆਪਦੇ ਡੇਟਾਬੇਸ ਦੇ ਵਿੱਚ ਸਟੋਰ ਕਰ ਲੂਗਾ। ਨੈਕਸਟ ਡਿਸਐਡਵਾਂਟੇਜ ਦੇਖੋ ਕੀ ਹੈ, ਕਾਮਨ ਸੈਂਸ ਦੀ ਡਿਸਐਡਵਾਂਟੇਜ ਹੈ ਜਿਹੜੀ ਮੇਨ ਹੈ। ਦੇਖੋ ਹਿਊਮਨ ਕੀ ਹੈ, ਆਪਾਂ ਕਹਿ ਸਕਦੇ ਹਾਂ ਹਿਊਮਨ ਜਸਟ ਅ ਸੈਕਿੰਡ, ਕਾਮਨ ਸੈਂਸ ਹੁੰਦਾ ਕਿ ਆਪਾਂ ਨੂੰ ਫੀਲਿੰਗਸ ਵਗੈਰਾ ਹੈ ਨਾ ਹੁੰਦੀਆਂ, ਆਪਾਂ ਨੂੰ ਪਤਾ ਲੱਗ ਜਾਂਦਾ ਕਿ ਕਿਸ ਟਾਈਮ ਕੀ ਗੱਲ ਕਰਨੀ ਹੈ। ਬਟ ਸਿਸਟਮ ਹੈ, ਮਸ਼ੀਨ ਹੈ, ਉਹਦੇ ਵਿੱਚ ਕੀ ਕਾਮਨ ਸੈਂਸ ਦੀ ਜਿਹੜੀ ਹੈਗੀ ਹੈ ਥੋੜ੍ਹੀ ਜਿਹੀ ਕਮੀ ਆ ਜਾਂਦੀ ਹੈ। ਕ੍ਰੀਏਟੀਵਿਟੀ ਹੈ, ਹਿਊਮਨ ਐਕਸਪਰਟ ਕੈਨ ਰਿਸਪੋਂਡ ਕ੍ਰੀਏਟਿਵਲੀ ਟੂ ਅਨਯੂਜ਼ਲ ਸਿਚੁਏਸ਼ਨ, ਐਕਸਪਰਟ ਸਿਸਟਮ ਕਾਂਟ। ਜਿਹੜਾ ਕੀ ਹੈ ਹਿਊਮਨ ਜਿਹੜਾ ਸਿਚੁਏਸ਼ਨ ਦੇ ਅਕੋਰਡਿੰਗ ਡਿਸੀਜ਼ਨ ਦੇਖ ਸਕਦਾ ਹੈ ਨਾ, ਬਟ ਜਿਹੜਾ ਆਪਣਾ ਸਿਸਟਮ ਹੈ ਉਹਨੇ ਤਾਂ ਜਿਹੜਾ ਉਹਦੀ ਮੈਮਰੀ ਦੇ ਵਿੱਚ ਡਿਸੀਜ਼ਨ ਸਟੋਰ ਆ ਉਹੀ ਦੇਣਾ, ਉਹਨੇ ਕੋਈ ਸਿਚੁਏਸ਼ਨ ਵੇਖ ਕੇ ਆਪਣਾ ਜਿਹੜਾ ਡਿਸੀਜ਼ਨ ਉਹ ਚੇਂਜ ਨਹੀਂ ਕਰਨਾ। ਲਰਨਿੰਗ ਹੈ, ਹਿਊਮਨ ਐਕਸਪਰਟ ਹੈ ਜਿਹੜੇ ਆਟੋਮੈਟਿਕਲੀ ਲਰਨ ਕਰਦੇ ਰਹਿੰਦੇ ਆ, ਬਟ ਐਕਸਪਰਟ ਸਿਸਟਮ ਨੂੰ ਆਪਾਂ ਨੂੰ ਐਕਸਪਲੀਸਿਟਲੀ ਅਪਡੇਟ ਕਰਨਾ ਪੈਂਦਾ। ਆਟੋਮੈਟਿਕਲੀ ਹੁੰਦਾ ਜਿਹੜਾ ਆਪਣੇ ਆਪ ਸਿੱਖਦਾ ਰਹੇ ਨਵੀਆਂ ਚੀਜ਼ਾਂ, ਅਤੇ ਐਕਸਪਲੀਸਿਟ ਹੁੰਦਾ ਕਿ ਸਿਸਟਮ ਨੂੰ, ਮਸ਼ੀਨ ਨੂੰ, ਇੱਕ ਇਨਸਾਨ ਨੂੰ ਹੀ ਅਪਡੇਟ ਕਰਨਾ ਪਊ, ਉਹਦੇ ਵਿੱਚ ਨਵੀਂ ਨੌਲੇਜ ਆਪਾਂ ਨੂੰ ਹੀ ਅਪਡੇਟ ਕਰਕੇ ਦੇਣੀ ਪਊਗੀ। ਇਹ ਆਪਣਾ ਐਕਸਪਰਟ ਸਿਸਟਮ ਦਾ ਜਿਹੜਾ ਚੈਪਟਰ ਹੈ ਕੰਪਲੀਟ ਹੋ ਗਿਆ। ਨੈਕਸਟ ਆਪਣਾ ਹੈਗਾ ਚੈਪਟਰ ਆਪਾਂ ਅਗਲੀ ਲੈਕਚਰ ਦੇ ਵਿੱਚ ਤਿਆਰ ਕਰਦੇ ਹਾਂ।